ਜੈਮਸੀ ਦੀ। ਆਪਾਂ ਪਵਿੱਤਰ ਵਚਨ ਚੋਂ ਪੜਾਂਗੇ ਕਿ ਪ੍ਰਭੂ ਯਿਸੂ ਜੀ ਸਾਨੂੰ ਸਿਖਾਉਂਦੇ ਨੇ, ਬਾਈਬਲ ਸਾਨੂੰ ਸਿਖਾਉਂਦਾ ਕਿ ਤੁਸੀਂ ਪਾਪ ਨਾ ਕਰੋ। ਔਰ ਪਵਿੱਤਰ ਵਚਨ 'ਚ ਲਿਖਿਆ, ਰੋਮੀਓ 5 ਅਧਿਆਏ ਦੀ 20 ਐਤ 'ਚ ਲਿਖਿਆ, ਜਿੱਥੇ ਪਾਪ ਬਾਲਾ ਹੋਇਆ ਉੱਥੇ ਹੀ ਕਿਰਪਾ ਅਤ ਅਧਿਕ ਹੋਈ। ਹਰ ਇਨਸਾਨ ਕੋਲੋਂ, ਹਰ ਸਾਰੀ ਸ੍ਰਿਸ਼ਟੀ ਜੋ ਆਦਮ ਤੋਂ ਸੰਸਾਰ 'ਚ ਪਾਪ ਆਇਆ, ਔਰ ਪ੍ਰਭੂ ਯਿਸੂ ਮਸੀਹ ਦੀ ਵਿੱਚ ਅਤ ਅਧਿਕ ਕਿਰਪਾ। ਔਰ ਜਦੋਂ ਇਨਸਾਨ, ਹਰ ਇਨਸਾਨ ਜਿਹੜਾ ਯਿਸੂ ਮਸੀਹ ਜੀ ਦੇ ਵਿੱਚ ਆਉਂਦਾ ਹੈ ਤੇ ਉਹ ਆਪਣੇ ਪਾਪਾਂ ਦਾ ਇਕਰਾਰ ਕਰਦਾ ਤੇ ਉਹਦੇ ਤੇ ਅਤ ਅਧਿਕ ਕਿਰਪਾ ਹੋ ਜਾਂਦੀ। ਰੋਮੀਓ 6 ਅਧਿਆਏ ਦੀ 2 ਚ ਲਿਖਿਆ, 2 ਐਤ ਚ ਲਿਖਿਆ, ਪਹਿਲੀ 2 ਚ ਲਿਖਿਆ, ਹੁਣ ਅਸੀਂ ਕੀ ਆਖੀਏ ਕਿ ਪਾਪ ਕਰਨ ਵਿੱਚ ਲੱਗੇ ਰਹੀਏ ਭਈ ਕਿਰਪਾ ਬਾਹਲੀ ਹੋਵੇ? ਕਦੇ ਨਹੀਂ। ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਨੇ ਕਿ ਹੁਣ ਤਾਂ ਤੁਹਾਡੇ ਤੇ ਕਿਰਪਾ ਹੋਈ ਆ ਔਰ ਤੁਸੀਂ ਪਾਪ ਕਦੇ ਨਾ ਕਰੋ। ਔਰ ਹਰ ਇਨਸਾਨ ਨੂੰ ਜੋ ਯਿਸੂ ਮਸੀਹ ਜੀ ਦੇ ਵਿੱਚ ਆ ਜਾਂਦਾ ਹੈ ਉਹਨੂੰ ਪਾਪ ਨਹੀਂ ਕਰਨਾ ਚਾਹੀਦਾ। ਔਰ ਰੋਮੀਓ 6 ਅਧਿਆਏ ਦੀ 23 ਚ ਲਿਖਿਆ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ। ਪਾਪ ਦੀ ਮਜ਼ਦੂਰੀ ਜਿਹੜੀ ਮੌਤ। ਔਰ ਕੂਚ 20 ਅਧਿਆਏ ਦੀ 5 ਐਤ ਚ ਲਿਖਿਆ, ਨਾ ਤੂੰ ਅੱਗੇ ਨੂੰ ਮੱਥਾ ਟੇਕ, ਨਾ ਪੂਜਾ ਕਰ, ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਰ ਅਣਖ ਵਾਲਾ ਪਰਮੇਸ਼ਰ ਹਾਂ। ਪਿਓ ਦਾਦਿਆਂ ਦੀ ਬਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ 3 4 ਪੀੜ੍ਹੀ ਤੱਕ ਲਿਆਉਂਦਾ ਹੈ। ਇਹ ਪਾਪ ਦੀ ਮਜ਼ਦੂਰੀ ਹੈ। ਦੂਸਰਾ ਗਿਣਤੀਆਂ 20 ਅਧਿਆਏ ਦੀ 8 ਤੋਂ ਲੈ ਕੇ 12 ਤੱਕ ਪੜ੍ਹੀਏ ਤਾਂ ਜਦ ਮੂਸਾ ਨੇ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਕੱਢ ਕੇ ਲਿਆਂਦਾ ਔਰ ਮਿਸਰੀਆਂ ਦੇ ਨਾਲ 40 ਸਾਲ ਉਜਾੜ ਵਿੱਚ ਉਹਨਾਂ ਦੀ ਦੇਖ ਰੇਖ ਕਰਦਾ ਰਿਹਾ ਮੂਸਾ ਔਰ ਹरून ਦੋਨੋਂ ਭਰਾ। ਜਦੋਂ ਵੀ ਇਸਰਾਏਲੀਆਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਸੀ ਤੇ ਮੂਸਾ ਪਿਤਾ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦਾ ਸੀ ਔਰ ਪਿਤਾ ਪਰਮੇਸ਼ਰ ਜੀ ਉਹਨਾਂ ਦੀ ਹਰ ਲੋੜ ਨੂੰ ਮੂਸਾ ਦੀਆਂ ਪ੍ਰਾਰਥਨਾ ਦੁਆਰਾ ਪੂਰੀਆਂ ਕਰਦਾ ਸੀ। ਔਰ ਉਹਨਾਂ ਨੂੰ ਉਜਾੜ ਵਿੱਚ ਪਾਣੀ ਦੀ ਲੋੜ ਸੀ ਔਰ ਮੂਸਾ ਨੇ ਪਿਤਾ ਪਰਮੇਸ਼ਰ ਜੀ ਨੂੰ ਕਿਹਾ ਕਿ ਪਾਣੀ ਵਾਸਤੇ ਪ੍ਰਾਰਥਨਾ ਕੀਤੀ ਔਰ ਪਰਮੇਸ਼ਰ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਚਟਾਨ ਨੂੰ ਬੋਲੋ ਤੇ ਪਾਣੀ ਤੁਹਾਨੂੰ ਮਿਲੇਗਾ। ਔਰ ਹरून ਔਰ ਮੂਸਾ ਔਰ ਹरून ਨੇ ਉਸ ਚਟਾਨ ਨੂੰ 2 ਵਾਰੀ ਮਾਰਿਆ। ਉਹਨਾਂ ਕੋਲੋਂ ਇਹ ਪਾਪ ਹੋਇਆ। ਉਹਨਾਂ ਨੂੰ ਪਾਪ ਦੀ ਮਜ਼ਦੂਰੀ ਜਿਹੜੀ ਆ, ਉਹਨਾਂ ਨੂੰ ਇਹ ਮਜ਼ਦੂਰੀ ਮਿਲੀ ਕਿ ਉਹ 40 ਸਾਲ ਇਸਰਾਏਲੀਆਂ ਦੇ ਨਾਲ ਉਜਾੜ ਵਿੱਚ ਰਹੇ, ਕਨਾਨ ਦੇਸ਼ ਵਿੱਚ ਲੈ ਕੇ ਜਾਣਾ ਸੀ ਪਿਤਾ ਪਰਮੇਸ਼ਰ ਜੀ ਨੇ ਉਹਨਾਂ ਨੂੰ। ਔਰ ਮੂਸਾ ਔਰ ਹरून ਨੂੰ ਕਿਹਾ ਕਿ ਤੁਸੀਂ ਇਹ ਪਾਪ ਕੀਤਾ ਔਰ ਤੁਸੀਂ ਕਨਾਨ ਦੇਸ਼ ਵਿੱਚ ਨਹੀਂ ਜਾ ਸਕਦੇ, ਤੁਹਾਨੂੰ ਇਹ ਸਜ਼ਾ ਹੈ। ਔਰ ਉਹਨਾਂ ਨੂੰ ਪਹਾੜ ਤੋਂ ਹੀ ਜਿਹੜਾ ਕਨਾਨ ਦੇਸ਼ ਉਹਨਾਂ ਨੂੰ ਦਿਖਾਤਾ ਔਰ ਰਸਤੇ 'ਚ ਹੀ ਉਹਨਾਂ ਦੀ ਦੋਵਾਂ ਭਰਾਵਾਂ ਦੀ ਮੌਤ ਹੋ ਗਈ, ਮਗਰ ਉਹ ਕਨਾਨ ਦੇਸ਼ ਵਿੱਚ ਨਹੀਂ ਜਾ ਸਕੇ। ਉਹਨਾਂ ਨੂੰ ਪਾਪ ਦੀ ਮਜ਼ਦੂਰੀ ਜਿਹੜੀ ਇਹ ਮਿਲੀ।
ਔਰ ਰੋਮੀਓ 6 ਅਧਿਆਏ ਦੀ 13 ਚ ਲਿਖਿਆ, ਅਤੇ ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਨਾ ਸੌਂਪੋ, ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਜਾਣ ਕੇ ਪਰਮੇਸ਼ਰ ਨੂੰ ਸੌਂਪ ਦਿਓ। ਆਪਣੇ ਅੰਗ ਧਰਮ ਦੇ ਹਥਿਆਰ ਬਣਾ ਕੇ ਪਰਮੇਸ਼ਰ ਨੂੰ ਸੌਂਪ ਦਿਓ। ਔਰ ਪਿਤਾ ਪਰਮੇਸ਼ਰ ਜੀ ਕਹਿੰਦੇ ਨੇ ਕਿ ਤੁਸੀਂ ਆਪਣੇ ਅੰਗਾਂ ਨੂੰ ਧਰਮ ਦੇ ਅੰਗ ਬਣਾਓ, ਨਾ ਕਿ ਧਰਮ ਦੇ। ਕੁਝ ਲੋਕ ਕਹਿੰਦੇ ਨੇ ਕਿ ਅਸੀਂ ਮਸੀਤ ਵਿੱਚ ਆ ਗਏ ਹਾਂ ਤੇ ਹੁਣ ਅਸੀਂ ਜੋ ਵੀ ਕਰੀਏ, ਜੋ ਵੀ ਅਸੀਂ ਕਰਦੇ ਰਹੀਏ, ਅਸੀਂ ਜੀ ਸਵਰਗ 'ਚ ਜਾਵਾਂਗੇ। ਅਸੀਂ ਯਿਸੂ ਮਸੀਹ 'ਚ ਸਵਰਗ ਦੇ ਰਾਜ ਦੇ ਅਧਿਕਾਰੀ ਹੋ ਗਏ ਹਾਂ। ਹੁਣ ਅਸੀਂ ਯਿਸੂ ਮਸੀਹ 'ਚ ਆ ਗਏ ਹਾਂ, ਪ੍ਰਾਰਥਨਾ ਵੀ ਕਰੀ ਜਾਂਦੇ ਹਾਂ, ਚਰਚ ਵੀ ਜਾਈ ਜਾਂਦੇ ਹਾਂ, ਬਾਈਬਲ ਵੀ ਪੜ੍ਹੀ ਜਾਂਦੇ ਹਾਂ ਤੇ ਪਾਪ ਵੀ ਕਰੀ ਜਾਂਦੇ ਹਾਂ। ਮਗਰ ਬਾਈਬਲ ਕਹਿੰਦਾ ਏ, ਪਹਿਲਾ ਕਰੰਥੀਆਂ 6 ਅਧਿਆਏ ਦੀ 9 ਐਤ 'ਚ ਲਿਖਿਆ ਏ, ਅਥਵਾ ਤੁਸੀਂ ਨਹੀਂ ਜਾਣਦੇ ਜੋ ਧਰਮੀ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਜਿਹੜੇ ਧਰਮੀ ਲੋਕ ਨੇ ਉਹ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਧੋਖਾ ਨਾ ਖਾਓ, ਹਰਾਮਕਾਰ, ਮੂਰਤੀ ਪੂਜਕ, ਨਾ ਜਨਾਕਾਰ, ਨਾ ਜਨਾਨੜੇ, ਨਾ ਮੁੰਡੇਬਾਜ਼, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲਟੇਰੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਔਰ ਜੋ ਸਮਝਦੇ ਨੇ ਕਿ ਅਸੀਂ ਹੁਣ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ ਗਏ ਹਾਂ ਤੇ ਹੁਣ ਸਾਨੂੰ ਕੋਈ ਖਤਰਾ ਨਹੀਂ, ਕੋਈ ਡਰ ਨਹੀਂ, ਅਸੀਂ ਪਰਮੇਸ਼ਰ ਦੇ ਰਾਜ ਵਿੱਚ ਜਾਵਾਂਗੇ, ਮਗਰ ਉਹ ਆਪਣੇ ਆਪ ਨੂੰ ਧੋਖਾ ਦਿੰਦੇ ਨੇ। ਜੋ ਗਾਲਾਂ ਵੀ ਕੱਢੀ ਜਾਂਦੇ ਆ, ਨਸ਼ਾ ਵੀ ਕਰੀ ਜਾਂਦੇ ਨੇ, ਸਾਰੇ ਗਲਤ ਕੰਮ ਕਰੀ ਜਾਂਦੇ ਨੇ। ਇਸ ਕਰਕੇ ਜਿਹੜਾ ਇਹ ਪਾਪ ਕਰਨ ਵਾਲੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਰੋਮੀਓ 6 ਦੀ 23 ਚ ਜੋ ਲਿਖਿਆ, ਪਰਮੇਸ਼ਰ ਦੀ ਬਖਸ਼ੀਸ਼ ਯਿਸੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ। ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਸਦੀਪਕ ਜੀਵਨ ਕਿਸ ਤਰ੍ਹਾਂ ਦਿੱਤਾ ਹੈ? ਪ੍ਰਭੂ ਯਿਸੂ ਮਸੀਹ ਜੀ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ ਆਪਣਾ ਕਲਵਰੀ ਕਰੂਸ ਤੇ ਲਹੂ ਬਹਾ ਕੇ। ਜਿਸ ਤਰ੍ਹਾਂ ਕਿ ਯੂਹੰਨਾ ਦੀ ਪਹਿਲੀ ਪੱਤਰੀ ਔਰ ਪਹਿਲਾ ਅਧਿਆਏ ਉਹਦੀ 7 ਐਤ ਚ ਲਿਖਿਆ, ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਪ੍ਰਭੂ ਯਿਸੂ ਮਸੀਹ ਜੀ ਦਾ ਲਹੂ ਜਿਹੜਾ ਨਾ ਉਹ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ ਹੈ। ਔਰ 9 ਚ ਲਿਖਿਆ, ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪ ਮਾਫ ਕਰੇ ਅਤੇ ਸਾਨੂੰ ਸਾਰੇ ਧਰਮ ਤੋਂ ਸ਼ੁੱਧ ਕਰੇ। ਯੂਹੰਨਾ ਦੀ ਪਹਿਲੀ ਪੱਤਰੀ 1 ਅਧਿਆਏ ਦੀ 9 ਚ ਲਿਖਿਆ ਕਿ ਉਹ ਸਾਨੂੰ ਸਾਰੇ ਪਾਪਾਂ ਤੋਂ ਸ਼ੁੱਧ ਕਰਦਾ, ਸਾਨੂੰ ਸਾਰੇ ਧਰਮ ਤੋਂ ਸ਼ੁੱਧ ਕਰਦਾ, ਸਾਨੂੰ ਸਾਡੇ ਸਾਰੇ ਪਾਪ ਮਾਫ ਕਰਦਾ। ਯਿਸੂ ਮਸੀਹ ਜੀ ਦਾ ਲਹੂ, ਇਹ ਪ੍ਰਭੂ ਯਿਸੂ ਮਸੀਹ ਜੀ ਦੀ ਬਖਸ਼ਿਸ਼ ਹੈ ਹਰ ਇਨਸਾਨ ਲਈ। ਔਰ ਯਿਸੂ ਤੇ ਨੇਚਾ ਕਰਨ ਨਾਲ, ਜੋ ਅਸੀਂ ਯਿਸੂ ਮਸੀਹ ਜੀ ਦੇ ਲਹੂ ਤੇ ਨੇਚਾ ਕਰਦੇ ਹਾਂ, ਫਿਰ ਸਾਨੂੰ ਪਾਪ ਨਹੀਂ ਕਰਨਾ ਚਾਹੀਦਾ। ਕਿਸੇ ਵੀ ਇਨਸਾਨ ਨੂੰ ਪਾਪ ਨਹੀਂ ਕਰਨਾ ਚਾਹੀਦਾ। ਹਰ ਇਨਸਾਨ ਨੂੰ ਪਾਪਾਂ ਤੋਂ ਬਚਣਾ ਚਾਹੀਦਾ। ਤਾਂ ਹੀ ਅਸੀਂ ਪਿਤਾ ਪਰਮੇਸ਼ਰ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਸਵਰਗ 'ਚ ਜਾ ਸਕਦੇ ਹਾਂ। ਇਸ ਕਰਕੇ ਮੈਂ ਸਾਰਿਆਂ ਦੀ
ਪ੍ਰਭੂ ਯਿਸੂ ਮਸੀਹ ਜੀ ਦੇ ਪਿਤਾ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਕਰਦੀ ਹਾਂ, ਹੇ ਮੇਰੇ ਪਿਤਾ ਪਰਮੇਸ਼ਰ, ਪਵਿੱਤਰ ਆਤਮਾ, ਪਵਿੱਤਰ ਯਿਸੂ ਜੀ, ਤੁਸੀਂ ਸਾਰੇ ਪਾਪੀਆਂ ਲਈ ਕਲਵਰੀ ਕਰੂਸ ਤੇ ਲਹੂ ਬਹਾਇਆ ਪ੍ਰਭੂ ਜੀ। ਤੁਸੀਂ ਸਭਨਾਂ ਲਈ ਮੋਏ ਹੋ, ਸਭਨਾਂ ਲਈ ਪ੍ਰਾਸ਼ਚਿਤ ਹੋਏ ਹੋ ਮੇਰੇ ਪ੍ਰਭੂ ਯਿਸੂ ਜੀ। ਮੇਰੇ ਪ੍ਰਭੂ ਯਿਸੂ ਜੀ, ਜੋ ਵੀ ਇਸ ਵਚਨਾਂ ਨੂੰ ਸੁਣਨ ਮੇਰੇ ਪਿਤਾ ਪਰਮੇਸ਼ਰ, ਮੇਰੇ ਖੁਦਾਇਆ, ਸਾਰੇ ਸੁਣਨ ਵਾਲਿਆਂ ਨੂੰ ਪਾਪਾਂ ਤੋਂ ਬਚਾ ਮੇਰੇ ਪ੍ਰਭੂ ਜੀ। ਤੁਸੀਂ ਪਾਪੀਆਂ ਨੂੰ ਧਰਤੀ ਤੇ ਬਚਾਉਣ ਲਈ ਆਏ ਜ਼ਿੰਦਾ ਯਿਸੂ ਜੀ। ਜਿਸ ਤਰ੍ਹਾਂ ਤੁਸੀਂ ਮਸੂਲੀਏ ਨੂੰ ਪਾਪਾਂ ਤੋਂ ਬਚਾਇਆ ਮੇਰੇ ਖੁਦਾਇਆ, ਜੁਨਾਹ 'ਚ ਫੜੀ ਜਾਣ ਵਾਲੀ ਔਰਤ ਨੂੰ ਔਰ ਲਾਜ਼ਰ ਦੀ ਭੈਣ ਮਰੀਅਮ ਨੂੰ ਮੇਰੇ ਪ੍ਰਭੂ ਯਿਸੂ ਜੀ, ਜਿਨੇ ਤੁਹਾਡੇ ਸਿਰ ਤੇ ਅਤਰ ਡੋਲਿਆ ਤੇ ਪੈਰਾਂ ਨੂੰ ਆਪਣੇ ਅਥਰੂਆਂ ਨਾਲ ਭਿਉਂ ਕੇ ਵਾਲਾਂ ਨਾਲ ਪੂੰਝਿਆ ਮੇਰੇ ਪ੍ਰਭੂ ਯਿਸੂ ਜੀ। ਮੇਰੇ ਪ੍ਰਭੂ, ਉਸ ਔਰਤ ਦੀ ਨਿਆਈ, ਮਰੀਅਮ ਦੀ ਨਿਆਈ, ਜੁਨਾਹ 'ਚ ਫੜੀ ਜਾਣ ਵਾਲੀ ਔਰਤ ਦੀ ਨਿਆਈ ਮੇਰੇ ਖੁਦਾਇਆ, ਮਸੂਲੀਏ ਦੀ ਨਿਆਈ, ਹਰ ਸ਼ਖਸ ਨੂੰ, ਹਰ ਇਨਸਾਨ ਨੂੰ ਪਾਪਾਂ ਤੋਂ ਬਚਾ ਤੇ ਆਪਣੇ ਸਵਰਗ ਰਾਜ ਲਈ ਤਿਆਰ ਕਰ ਮੇਰੇ ਪਿਤਾ ਪਰਮੇਸ਼ਰ, ਪਵਿੱਤਰ ਆਤਮਾ, ਪਵਿੱਤਰ ਯਿਸੂ ਜੀ। ਜੋ ਮਨੁੱਖ ਤੋਂ ਅਣਹੋਣਾ ਹੈ ਉਹ ਪਰਮੇਸ਼ਰ ਤੋਂ ਹੋ ਸਕਦਾ ਮੇਰੇ ਪ੍ਰਭੂ। ਸਭਨਾਂ ਨੂੰ ਪਾਪਾਂ ਤੋਂ ਬਚਾ ਮੇਰੇ ਖੁਦਾਵੰਦਾ, ਮੇਰੇ ਪ੍ਰਭੂਆਂ ਕੇ ਪ੍ਰਭੂ। ਤੁਸੀਂ ਮੇਰੀਆਂ ਬੇਨਤੀਆਂ ਨੂੰ ਸੁਣ ਮੇਰੇ ਪ੍ਰਭੂਆਂ ਕੇ ਪ੍ਰਭੂ। ਤੁਸੀਂ ਮੇਰੀਆਂ ਬੇਨਤੀਆਂ ਨੂੰ ਸਦਾ ਹੀ ਸੁਣਦਾ ਹੈ ਮੇਰੇ ਪ੍ਰਭੂ ਜੀ। ਹੁਣ ਵੀ ਇਸੇ ਵੇਲੇ ਘੜੀ ਸੁਣ ਤੇ ਕਬੂਲ ਕਰ ਪ੍ਰਭੂ। ਮੈਂ ਜੋ ਕੁਛ ਤੇਰੇ ਕੋਲ, ਤੁਹਾਡੇ ਕੋਲੋਂ ਨੇਚਾ ਨਾਲ ਮੰਗ ਲਵਾਂ, ਸੋਈ ਹੋਈ ਪਾ ਲਿਆ ਪ੍ਰਭੂ ਜੀ, ਸੋਈ ਹੋਈ ਪਾ ਲਿਆ। ਪ੍ਰਾਰਥਨਾ ਮੰਗਦੀ ਯਿਸੂ ਮਸੀਹ ਦੇ ਸਾਮਰਥੀ ਨਾਮ 'ਚ, ਆਮੀਨ।